ਨਮਸਤੇ। ਪੰਜਾਬੀ ਕਹਾਣੀ ਬਾਜ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਤੁਹਾਡੇ ਲਈ ਅਕਬਰ ਅਤੇ ਬੀਰਬਲ ਦੀ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ, ਜਿਸ ਦਾ ਨਾਮ ਹੈ ਕੀ ਕੋਈ ਆਪਣੀ ਮੌਤ ਦਾ ਦਿਨ ਪਹਿਲਾਂ ਜਾਣ ਸਕਦਾ। ਤਾਂ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ। ਮੁਗਲ ਸਲਤਨਤ ਦੇ ਸਭ ਤੋਂ ਤਾਕਤਵਰ ਅਤੇ ਪ੍ਰਸਿੱਧ ਬਾਦਸ਼ਾਹ ਸੀ ਅਕਬਰ। ਦੀ ਹਕੂਮਤ ਦੂਰ ਦੂਰ ਤੱਕ ਫੈਲੀ ਹੋਈ ਸੀ। ਲੋਕ ਉਸ ਨੂੰ ਇੱਕ ਇਨਸਾਫ ਪਸੰਦ ਅਤੇ ਸਮਝਦਾਰ ਬਾਦਸ਼ਾਹ ਮੰਨਦੇ ਸਨ। ਦਰਬਾਰ ਵਿੱਚ ਉਸ ਦਾ ਸਭ ਤੋਂ ਨੇੜਲਾ ਅਤੇ ਹੋਸ਼ਿਆਰ ਸਲਾਹਕਾਰ ਸੀ ਬੀਰਬਲ। ਬੀਰਬਲ ਦੀ ਅਕਲ ਅਤੇ ਹਾਜ਼ਰ ਜਵਾਬੀ ਦੇ ਕਿਸ ਪੂਰੇ ਦੇਸ਼ ਵਿੱਚ ਮਸ਼ਹੂਰ ਸਨ। ਇੱਕ ਦਿਨ ਦੀ ਗੱਲ ਹੈ। ਦਰਬਾਰ ਸਜ ਚੁੱਕਾ ਸੀ। ਸਾਰੇ ਮੰਤਰੀ, ਸਿਪਾਹੀ ਅਤੇ ਵਿਦਵਾਨ ਆਪਣੀਆਂ ਜਗ੍ਹਾ ਤੇ ਖੜੇ ਸਨ। ਬਾਦਸ਼ਾਹ ਅਕਬਰ ਆਪਣੇ ਸੋਨੇ ਦੇ ਤਖ਼ਤ ਤੇ ਬੈਠਾ ਹੋਇਆ ਸੀ। ਪਰ ਉਸ ਦਿਨ ਅਕਬਰ ਦੇ ਚਿਹਰੇ ਉੱਤੇ ਇੱਕ ਅਜੀਬ ਗੰਭੀਰਤਾ ਸੀ। ਬੀਰਬਲ ਨੇ ਇਹ ਗੱਲ ਤੁਰੰਤ ਨੋਟਿਸ ਕਰ ਲਈ। ਉਸ ਨੇ ਨਿਮਰਤਾ ਨਾਲ ਪੁੱਛਿਆ, ਜਹਾਂਪਨਾਹ, ਅੱਜ ਤੁਸੀਂ ਕੁਝ ਸੋਚ ਵਿੱਚ ਡੁੱਬੇ ਹੋਏ ਲੱਗਦੇ ਹੋ। ਕੀ ਕੋਈ ਚਿੰਤਾ ਹੈ? ਅਕਬਰ ਨੇ ਕਿਹਾ, ਬੀਰਬਲ, ਅੱਜ ਸਵੇਰੇ ਮੈਂ ਇੱਕ ਗੱਲ ਸੋਚ ਰਿਹਾ ਸੀ। ਕੀ ਗੱਲ ਜਹਾਂਪਨਾਹ? ਬੀਰਬਲ ਨੇ ਪੁੱਛਿਆ। ਅਕਬਰ ਬੋਲਿਆ, ਇਹ ਦੁਨੀਆ ਵਿੱਚ ਹਰ ਇਨਸਾਨ ਜਨਮ ਲੈਂਦਾ ਹੈ ਅਤੇ ਇੱਕ ਦਿਨ ਮਰ ਜਾਂਦਾ ਹੈ, ਪਰ ਕਿਸੇ ਨੂੰ ਵੀ ਇਹ ਨਹੀਂ ਪਤਾ ਹੁੰਦਾ ਕਿ ਉਸ ਦੀ ਮੌਤ ਕਦੋਂ ਆਏਗੀ। ਕੀ ਇਹ ਸੰਭਵ ਹੈ ਕਿ ਕੋਈ ਇਨਸਾਨ ਪਹਿਲਾਂ ਹੀ ਆਪਣੀ ਮੌਤ ਦਾ ਦਿਨ ਜਾਣ ਸਕੇ? ਸਾਰੇ ਦਰਬਾਰੀ ਇੱਕ ਦੂਜੇ ਵੱਲ ਦੇਖਣ ਲੱਗੇ। ਕਿਸੇ ਕੋਲ ਵੀ ਇਸ ਸਵਾਲ ਦਾ ਸਿੱਧਾ ਜਵਾਬ ਨਹੀਂ ਸੀ। ਬੀਰਬਲ ਕੁਝ ਪਲਾਂ ਲਈ ਚੁੱਪ ਰਿਹਾ, ਫਿਰ ਉਹ ਮੁਸਕਰਾਇਆ। ਜਹਾਂਪਨਾਹ, ਇਹ ਸਵਾਲ ਬਹੁਤ ਡੂੰਘਾ ਹੈ, ਪਰ ਮੇਰੀ ਸਮਝ ਮੁਤਾਬਕ ਕੋਈ ਵੀ ਇਨਸਾਨ ਆਪਣੀ ਮੌਤ ਦਾ ਸਹੀ ਦਿਨ ਨਹੀਂ ਜਾਣ ਸਕਦਾ। ਅਕਬਰ ਨੇ ਕਿਹਾ, ਕਿਉਂ ਨਹੀਂ? ਬੀਰਬਲ ਨੇ ਕਿਹਾ, ਕਿਉਂਕਿ ਜ਼ਿੰਦਗੀ ਅਤੇ ਮੌਤ ਦਾ ਫੈਸਲਾ ਮਨੁੱਖ ਦੇ ਹੱਥ ਵਿੱਚ ਨਹੀਂ ਹੁੰਦਾ। ਪਰ ਅਕਬਰ ਅਜੇ ਵੀ ਸੰਤੁਸ਼ਟ ਨਹੀਂ ਸੀ। ਉਸ ਨੇ ਕਿਹਾ, ਪਰ ਜੇ ਕੋਈ ਜੋਤਿਸ਼ੀ ਜਾਂ ਵਿਦਵਾਨ ਹੋਵੇ ਜੋ ਇਹ ਗੱਲ ਦੱਸ ਸਕੇ। ਦਰਬਾਰ ਵਿੱਚ ਬੈਠੇ ਇੱਕ ਜੋਤਿਸ਼ੀ ਤੁਰੰਤ ਖੜਾ ਹੋ ਗਿਆ। ਉਸ ਦਾ ਨਾਮ ਸੀ ਰਾਘਵ ਪੰਡਿਤ। ਉਹ ਕਹਿਣ ਲੱਗਾ, ਜਹਾਂਪਨਾਹ, ਜੇ ਆਗਿਆ ਹੋਵੇ ਤਾਂ ਮੈਂ ਕਿਸੇ ਵੀ ਮਨੁੱਖ ਦੀ ਕਿਸਮਤ ਅਤੇ ਉਸ ਦੀ ਮੌਤ ਦਾ ਸਮਾਂ ਦੱਸ ਸਕਦਾ ਹਾਂ। ਦਰਬਾਰ ਵਿੱਚ ਹਲਚਲ ਮਚ ਗਈ। ਅਕਬਰ ਨੇ ਕਿਹਾ, ਸੱਚ? ਜੀ ਹਜ਼ੂਰ, ਪੰਡਿਤ ਨੇ ਗਰੂਰ ਨਾਲ ਕਿਹਾ। ਅਕਬਰ ਨੇ ਤੁਰੰਤ ਹੁਕਮ ਦਿੱਤਾ, ਠੀਕ ਹੈ, ਫਿਰ ਤੁਸੀਂ ਸਾਬਤ ਕਰੋ। ਜੇ ਤੁਸੀਂ ਸੱਚਮੁੱਚ ਕਿਸੇ ਦੀ ਮੌਤ ਦਾ ਦਿਨ ਦੱਸ ਸਕਦੇ ਹੋ ਤਾਂ ਮੈਂ ਤੁਹਾਨੂੰ ਵੱਡਾ ਇਨਾਮ ਦਿਆਂਗਾ। ਪੰਡਿਤ ਨੇ ਮੁਸਕਰਾ ਕੇ ਕਿਹਾ, ਜਹਾਂਪਨਾਹ, ਮੈਂ ਕਿਸੇ ਦੀ ਵੀ ਜਨਮ ਕੁੰਡਲੀ ਦੇਖ ਕੇ ਇਹ ਗੱਲ ਦੱਸ ਸਕਦਾ ਹਾਂ। ਅਕਬਰ ਨੇ ਕਿਹਾ, ਫਿਰ ਮੇਰੀ ਕੁੰਡਲੀ ਦੇਖੋ। ਬਾਦਸ਼ਾਹ ਦੀ ਮੌਤ ਬਾਰੇ ਗੱਲ ਕਰਨਾ ਬਹੁਤ ਵੱਡੀ ਗੱਲ ਸੀ। ਪੰਡਿਤ ਵੀ ਕੁਝ ਪਲਾਂ ਲਈ ਘਬਰਾ ਗਿਆ, ਪਰ ਹੁਣ ਉਹ ਪਿੱਛੇ ਨਹੀਂ ਹਟ ਸਕਦਾ ਸੀ। ਉਸ ਨੇ ਅਕਬਰ ਦੀ ਕੁੰਡਲੀ ਮੰਗੀ ਅਤੇ ਉਸ ਨੂੰ ਧਿਆਨ ਨਾਲ ਦੇਖਣ ਲੱਗ ਪਿਆ। ਕੁਝ ਮਿੰਟਾਂ ਤੱਕ ਉਹ ਗਹਿਰਾਈ ਨਾਲ ਸੋਚਦਾ ਰਿਹਾ। ਫਿਰ ਉਸ ਨੇ ਹੌਲੀ ਆਵਾਜ਼ ਵਿੱਚ ਕਿਹਾ, ਜਹਾਂਪਨਾਹ, ਤੁਹਾਡੀ ਉਮਰ ਬਹੁਤ ਲੰਬੀ ਹੈ। ਅਕਬਰ ਨੇ ਪੁੱਛਿਆ, ਪਰ ਮੌਤ ਦਾ ਦਿਨ? ਪੰਡਿਤ ਨੇ ਜਵਾਬ ਦਿੱਤਾ, ਉਹ ਮੈਂ ਦੱਸ ਸਕਦਾ ਹਾਂ, ਪਰ ਕੀ ਤੁਸੀਂ ਸੱਚਮੁੱਚ ਸੁਣਨਾ ਚਾਹੁੰਦੇ ਹੋ? ਅਕਬਰ ਬਿਲਕੁਲ ਨਿਡਰ ਹੋ ਕੇ ਬੋਲਿਆ, ਹਾਂ, ਜ਼ਰੂਰ। ਪੰਡਿਤ ਨੇ ਕਿਹਾ, ਜਹਾਂਪਨਾਹ, ਮੈਂ ਕੱਲ ਤੁਹਾਨੂੰ ਇਸ ਦਾ ਸਹੀ ਜਵਾਬ ਦਿਆਂਗਾ। ਅਕਬਰ ਨੇ ਸਿਰ ਹਿਲਾਇਆ, ਠੀਕ ਹੈ। ਦਰਬਾਰ ਖਤਮ ਹੋ ਗਿਆ, ਪਰ ਬੀਰਬਲ ਦੇ ਮਨ ਵਿੱਚ ਕਈ ਸਵਾਲ ਘੁੰਮ ਰਹੇ ਸਨ। ਉਹ ਸੋਚ ਰਿਹਾ ਸੀ, ਜੇ ਇਹ ਪੰਡਿਤ ਗਲਤ ਨਿਕਲਿਆ ਤਾਂ, ਅਤੇ ਜੇ ਇਸ ਨੇ ਕੋਈ ਅਜਿਹਾ ਜਵਾਬ ਦੇ ਦਿੱਤਾ ਜਿਸ ਨਾਲ ਬਾਦਸ਼ਾਹ ਦਾ ਮਨ ਡਰ ਨਾਲ ਭਰ ਜਾਵੇ। ਉਸ ਰਾਤ ਬੀਰਬਲ ਬਹੁਤ ਦੇਰ ਤੱਕ ਸੋਚਦਾ ਰਿਹਾ। ਉਸ ਨੂੰ ਲੱਗ ਰਿਹਾ ਸੀ ਕਿ ਇਹ ਮਾਮਲਾ ਆਸਾਨ ਨਹੀਂ, ਕਿਉਂਕਿ ਜੇ ਬਾਦਸ਼ਾਹ ਨੂੰ ਆਪਣੀ ਮੌਤ ਦਾ ਡਰ ਲੱਗ ਗਿਆ ਤਾਂ ਉਹ ਆਪਣੀ ਜ਼ਿੰਦਗੀ ਖੁਸ਼ੀ ਨਾਲ ਨਹੀਂ ਜੀ ਸਕੇਗਾ, ਅਤੇ ਬੀਰਬਲ ਇਹ ਕਦੇ ਨਹੀਂ ਚਾਹੁੰਦਾ ਸੀ। ਉੱਧਰ ਪੰਡਿਤ ਵੀ ਆਪਣੇ ਘਰ ਵਿੱਚ ਬੈਠਾ ਸੋਚ ਰਿਹਾ ਸੀ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੱਲ ਦਰਬਾਰ ਵਿੱਚ ਕੀ ਕਹੇ, ਕਿਉਂਕਿ ਸੱਚ ਇਹ ਸੀ ਕਿ ਕਿਸੇ ਨੂੰ ਵੀ ਮੌਤ ਦਾ ਸਹੀ ਸਮਾਂ ਨਹੀਂ ਪਤਾ ਹੁੰਦਾ। ਪਰ ਹੁਣ ਉਸ ਨੇ ਵੱਡਾ ਦਾਅਵਾ ਕਰ ਦਿੱਤਾ ਸੀ। ਉਸ ਨੂੰ ਡਰ ਸੀ ਕਿ ਜੇ ਉਹ ਗਲਤ ਸਾਬਤ ਹੋਇਆ ਤਾਂ ਉਸ ਨੂੰ ਸਜ਼ਾ ਮਿਲ ਸਕਦੀ ਹੈ। ਉਸ ਨੇ ਪੂਰੀ ਰਾਤ ਨੀਂਦ ਨਹੀਂ ਕੀਤੀ।
ਅਗਲੇ ਦਿਨ ਦਰਬਾਰ ਫਿਰ ਸਜਿਆ। ਅਕਬਰ ਨੇ ਉਸ ਨੂੰ ਅੱਗੇ ਬੁਲਾਇਆ। ਪੰਡਿਤ ਜੀ, ਕੀ ਤੁਸੀਂ ਮੇਰੀ ਮੌਤ ਦਾ ਦਿਨ ਪਤਾ ਕਰ ਲਿਆ? ਪੰਡਿਤ ਨੇ ਹੌਲੀ ਜਿਹੀ ਨਿਗਾਹ ਬੀਰਬਲ ਵੱਲ ਮਾਰੀ। ਬੀਰਬਲ ਚੁੱਪਚਾਪ ਖੜਾ ਸੀ। ਉਹ ਹੌਲੀ-ਹੌਲੀ ਤਖਤ ਦੇ ਨੇੜੇ ਆਇਆ ਅਤੇ ਸਿਰ ਝੁਕਾ ਕੇ ਬੋਲਿਆ, ਜਹਾਂ ਪਨਾਹ ਨੂੰ ਪ੍ਰਣਾਮ। ਅਕਬਰ ਨੇ ਸਿੱਧਾ ਸਵਾਲ ਕੀਤਾ, ਪੰਡਿਤ ਜੀ, ਕੀ ਤੁਸੀਂ ਮੇਰੀ ਮੌਤ ਦਾ ਦਿਨ ਪਤਾ ਕਰ ਲਿਆ? ਦਰਬਾਰ ਵਿੱਚ ਫਿਰ ਇੱਕ ਵਾਰੀ ਚੁੱਪ ਛਾ ਗਈ। ਪੰਡਿਤ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ, ਜਹਾਂ ਪਨਾਹ, ਮੈਂ ਪੂਰੀ ਰਾਤ ਤੁਹਾਡੀ ਕੁੰਡਲੀ ਦਾ ਅਧਿਐਨ ਕੀਤਾ ਹੈ। ਅਕਬਰ ਨੇ ਕਿਹਾ, ਫਿਰ ਦੱਸੋ। ਪੰਡਿਤ ਕੁਝ ਪਲਾਂ ਲਈ ਚੁੱਪ ਰਿਹਾ। ਉਸ ਦੀਆਂ ਅੱਖਾਂ ਵਿੱਚ ਡਰ ਸਾਫ਼ ਦਿਖਾਈ ਦੇ ਰਿਹਾ ਸੀ। ਬੀਰਬਲ ਧਿਆਨ ਨਾਲ ਉਸ ਨੂੰ ਦੇਖ ਰਿਹਾ ਸੀ। ਉਸ ਨੂੰ ਸਮਝ ਆ ਰਿਹਾ ਸੀ ਕਿ ਇਹ ਆਦਮੀ ਪੂਰੀ ਤਰ੍ਹਾਂ ਯਕੀਨੀ ਨਹੀਂ ਹੈ। ਅਖੀਰ ਪੰਡਿਤ ਬੋਲਿਆ, ਜਹਾਂ ਪਨਾਹ, ਤੁਹਾਡੀ ਮੌਤ ਬਹੁਤ ਦੂਰ ਹੈ। ਅਕਬਰ ਨੇ ਮੁਸਕਰਾ ਕੇ ਪੁੱਛਿਆ, ਪਰ ਕਦੋਂ? ਪੰਡਿਤ ਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ, ਤੁਸੀਂ ਲਗਭਗ 20 ਸਾਲ ਹੋਰ ਜੀਵੋਗੇ। ਕੁਝ ਲੋਕਾਂ ਨੇ ਸੋਚਿਆ ਕਿ ਪੰਡਿਤ ਨੇ ਸਿਰਫ ਅਨੁਮਾਨ ਲਗਾਇਆ ਹੈ। ਅਕਬਰ ਨੇ ਅਗਲਾ ਸਵਾਲ ਪੁੱਛਿਆ, ਕੀ ਇਹ ਪੱਕਾ ਹੈ? ਪੰਡਿਤ ਨੇ ਕਿਹਾ, ਜੀ ਜਹਾਂ ਪਨਾਹ, ਮੇਰੀ ਗਣਨਾ ਅਨੁਸਾਰ ਇਹ ਸੱਚ ਹੈ। ਅਕਬਰ ਕੁਝ ਸੋਚਣ ਲੱਗ ਪਿਆ। ਫਿਰ ਉਸਨੇ ਬੀਰਬਲ ਵੱਲ ਮੁੜ ਕੇ ਪੁੱਛਿਆ, ਬੀਰਬਲ, ਤੁਸੀਂ ਕੀ ਸੋਚਦੇ ਹੋ? ਬੀਰਬਲ ਬੋਲਿਆ, ਜਹਾਂ ਪਨਾਹ, ਜੇ ਪੰਡਿਤ ਜੀ ਦੀ ਗਣਨਾ ਸਹੀ ਹੈ ਤਾਂ ਇਹ ਬਹੁਤ ਚੰਗੀ ਗੱਲ ਹੈ। ਪਰ ਅਕਬਰ ਨੂੰ ਅਜੇ ਵੀ ਸੰਦੇਹ ਸੀ। ਉਸਨੇ ਕਿਹਾ, ਪਰ ਮੈਂ ਇਹ ਜਾਣਨਾ ਚਾਹੁੰਦਾ ਹਾਂ ਕਿ ਕੀ ਇਹ ਸੱਚਮੁੱਚ ਸਹੀ ਹੈ। ਫਿਰ ਉਸਨੇ ਪੰਡਿਤ ਨੂੰ ਕਿਹਾ, ਜੇ ਤੁਹਾਡੀ ਗੱਲ ਗਲਤ ਨਿਕਲੀ ਤਾਂ। ਪੰਡਿਤ ਇੱਕਦਮ ਘਬਰਾ ਗਿਆ। ਜਹਾਂ ਪਨਾਹ, ਮੈਂ ਪੂਰਾ ਯਕੀਨ ਰੱਖਦਾ ਹਾਂ। ਬੀਰਬਲ ਨੇ ਕਿਹਾ, ਜਹਾਂ ਪਨਾਹ, ਕੀ ਮੈਂ ਇੱਕ ਸਵਾਲ ਪੁੱਛ ਸਕਦਾ ਹਾਂ? ਪੁੱਛੋ, ਅਕਬਰ ਨੇ ਕਿਹਾ। ਬੀਰਬਲ ਨੇ ਪੰਡਿਤ ਵੱਲ ਦੇਖ ਕੇ ਪੁੱਛਿਆ, ਪੰਡਿਤ ਜੀ, ਜੇ ਤੁਸੀਂ ਕਿਸੇ ਦੀ ਮੌਤ ਦਾ ਸਮਾਂ ਦੱਸ ਸਕਦੇ ਹੋ ਤਾਂ ਕੀ ਤੁਸੀਂ ਆਪਣੀ ਮੌਤ ਦਾ ਸਮਾਂ ਵੀ ਜਾਣਦੇ ਹੋ? ਇਹ ਸੁਣ ਕੇ ਪੰਡਿਤ ਕੁਝ ਪਲਾਂ ਲਈ ਚੁੱਪ ਰਹਿ ਗਿਆ। ਪੰਡਿਤ ਨੇ ਕਿਹਾ, ਜੀ, ਮੈਂ ਆਪਣੀ ਕੁੰਡਲੀ ਵੀ ਵੇਖੀ ਹੈ। ਬੀਰਬਲ ਨੇ ਪੁੱਛਿਆ, ਫਿਰ ਦੱਸੋ, ਤੁਹਾਡੀ ਮੌਤ ਕਦੋਂ ਹੋਵੇਗੀ? ਪੰਡਿਤ ਨੇ ਕੁਝ ਸੋਚਿਆ ਅਤੇ ਫਿਰ ਕਿਹਾ, ਮੇਰੀ ਮੌਤ ਅਜੇ ਬਹੁਤ ਦੂਰ ਹੈ। ਮੈਂ ਘੱਟੋ-ਘੱਟ 40 ਸਾਲ ਹੋਰ ਜੀਵਾਂਗਾ। ਬੀਰਬਲ ਦੇ ਚਿਹਰੇ ਉੱਤੇ ਹਲਕੀ ਜਿਹੀ ਮੁਸਕਰਾਹਟ ਆ ਗਈ। ਉਸਨੇ ਕਿਹਾ, ਇਹ ਬਹੁਤ ਚੰਗੀ ਗੱਲ ਹੈ। ਪਰ ਉਸ ਦੇ ਮਨ ਵਿੱਚ ਇੱਕ ਯੋਜਨਾ ਬਣ ਰਹੀ ਸੀ। ਬੀਰਬਲ ਜਾਣਦਾ ਸੀ ਕਿ ਮਨੁੱਖੀ ਜੀਵਨ ਅਤੇ ਮੌਤ ਬਾਰੇ ਇੰਨੀ ਪੱਕੀ ਗੱਲ ਕਰਨਾ ਆਸਾਨ ਨਹੀਂ ਹੁੰਦਾ। ਉਸਨੇ ਸੋਚਿਆ ਕਿ ਹੁਣ ਇਸ ਗੱਲ ਦੀ ਸੱਚਾਈ ਦੀ ਪਰਖ ਕਰਨੀ ਚਾਹੀਦੀ ਹੈ। ਅਕਬਰ ਨੇ ਕਿਹਾ, ਬੀਰਬਲ, ਤੁਸੀਂ ਕੁਝ ਸੋਚ ਰਹੇ ਹੋ? ਬੀਰਬਲ ਨੇ ਕਿਹਾ, ਜਹਾਂ ਪਨਾਹ, ਜੇ ਆਗਿਆ ਹੋਵੇ ਤਾਂ ਮੈਂ ਪੰਡਿਤ ਜੀ ਦੀ ਗੱਲ ਦੀ ਪਰਖ ਕਰਨਾ ਚਾਹੁੰਦਾ ਹਾਂ। ਅਕਬਰ ਨੇ ਉਤਸੁਕਤਾ ਨਾਲ ਪੁੱਛਿਆ, ਕਿਵੇਂ? ਬੀਰਬਲ ਨੇ ਕਿਹਾ, ਇਹ ਮੈਂ ਕੱਲ ਦਰਬਾਰ ਵਿੱਚ ਦੱਸਾਂਗਾ। ਠੀਕ ਹੈ, ਉਸਨੇ ਕਿਹਾ। ਪੰਡਿਤ ਦੇ ਮਨ ਵਿੱਚ ਹੁਣ ਹੋਰ ਵੀ ਡਰ ਪੈਦਾ ਹੋ ਗਿਆ। ਉਸ ਨੂੰ ਲੱਗ ਰਿਹਾ ਸੀ ਕਿ ਬੀਰਬਲ ਕੋਈ ਚਾਲ ਚੱਲਣ ਵਾਲਾ ਹੈ। ਉਸ ਰਾਤ ਪੰਡਿਤ ਫਿਰ ਚਿੰਤਾ ਵਿੱਚ ਡੁੱਬ ਗਿਆ। ਉੱਧਰ ਬੀਰਬਲ ਆਪਣੇ ਘਰ ਵਿੱਚ ਬੈਠਾ ਇੱਕ ਅਜਿਹੀ ਯੋਜਨਾ ਬਣਾ ਰਿਹਾ ਸੀ ਜੋ ਪੂਰੇ ਦਰਬਾਰ ਨੂੰ ਹੈਰਾਨ ਕਰ ਦੇਵੇਗੀ। ਅਗਲੇ ਦਿਨ ਜੋ ਹੋਣ ਵਾਲਾ ਸੀ, ਉਹ ਸਿਰਫ ਇੱਕ ਪੰਡਿਤ ਦੀ ਗੱਲ ਦੀ ਪਰਖ ਨਹੀਂ ਸੀ। ਉਹ ਇੱਕ ਅਜਿਹਾ ਸਬਕ ਸੀ ਜੋ ਦਰਬਾਰ ਦੇ ਹਰ ਵਿਅਕਤੀ ਨੂੰ ਇਹ ਸਮਝਾਉਣ ਵਾਲਾ ਸੀ ਕਿ ਮਨੁੱਖ ਆਪਣੀ ਮੌਤ ਦਾ ਦਿਨ ਪਹਿਲਾਂ ਨਹੀਂ ਜਾਣ ਸਕਦਾ। ਅਤੇ ਇਸ ਸਬਕ ਦੇ ਪਿੱਛੇ ਸੀ ਬੀਰਬਲ ਦੀ ਅਸਧਾਰਨ ਅਕਲ। ਅਗਲੇ ਦਿਨ ਮੁਗਲ ਦਰਬਾਰ ਪਹਿਲਾਂ ਨਾਲੋਂ ਵੀ ਵੱਧ ਭਰਿਆ ਹੋਇਆ ਸੀ। ਸਭ ਨੂੰ ਬੇਸਬਰੀ ਨਾਲ ਉਡੀਕ ਸੀ ਕਿ ਅੱਜ ਕੀ ਹੋਣ ਵਾਲਾ ਹੈ। ਕੁਝ ਹੀ ਸਮੇਂ ਵਿੱਚ ਰਾਘਵ ਪੰਡਿਤ ਨੂੰ ਦਰਬਾਰ ਵਿੱਚ ਬੁਲਾਇਆ ਗਿਆ। ਉਸ ਦੇ ਚਿਹਰੇ ਉੱਤੇ ਅਜੇ ਵੀ ਚਿੰਤਾ ਦੇ ਨਿਸ਼ਾਨ ਸਨ। ਉਸ ਨੂੰ ਪਤਾ ਸੀ ਕਿ ਅੱਜ ਬੀਰਬਲ ਕੁਝ ਨਾ ਕੁਝ ਜ਼ਰੂਰ ਕਰਨ ਵਾਲਾ ਹੈ। ਅਕਬਰ ਨੇ ਕਿਹਾ, ਬੀਰਬਲ, ਤੁਸੀਂ ਕਿਹਾ ਸੀ ਕਿ ਤੁਸੀਂ ਪੰਡਿਤ ਜੀ ਦੀ ਗੱਲ ਦੀ ਪਰਖ ਕਰੋਗੇ। ਹੁਣ ਦੱਸੋ ਤੁਸੀਂ ਕੀ ਸੋਚਿਆ ਹੈ? ਬੀਰਬਲ ਨੇ ਸਿਰ ਝੁਕਾਇਆ। ਜਹਾਂ ਪਨਾਹ, ਮੈਂ ਸਿਰਫ ਇੱਕ ਛੋਟੀ ਜਿਹੀ ਪਰਖ ਕਰਨਾ ਚਾਹੁੰਦਾ ਹਾਂ। ਕਿਹੜੀ ਪਰਖ? ਅਕਬਰ ਨੇ ਪੁੱਛਿਆ। ਬੀਰਬਲ ਨੇ ਕਿਹਾ,
ਜੇ ਪੰਡਿਤ ਜੀ ਸੱਚਮੁੱਚ ਕਿਸੇ ਦੀ ਮੌਤ ਦਾ ਦਿਨ ਦੱਸ ਸਕਦੇ ਹਨ ਤਾਂ ਉਹਨਾਂ ਦੀ ਆਪਣੀ ਗੱਲ ਵੀ ਸਹੀ ਹੋਣੀ ਚਾਹੀਦੀ ਹੈ। ਦਰਬਾਰ ਵਿੱਚ ਬੈਠੇ ਲੋਕ ਧਿਆਨ ਨਾਲ ਸੁਣ ਰਹੇ ਸਨ। ਬੀਰਬਲ ਅੱਗੇ ਬੋਲਿਆ, ਕੱਲ ਪੰਡਿਤ ਜੀ ਨੇ ਕਿਹਾ ਸੀ ਕਿ ਉਹ ਘੱਟੋ-ਘੱਟ 40 ਸਾਲ ਹੋਰ ਜੀਵਣਗੇ। ਪੰਡਿਤ ਨੇ ਕਿਹਾ, ਜੀ ਮੈਂ ਇਹੀ ਕਿਹਾ ਸੀ। ਬੀਰਬਲ ਨੇ ਕਿਹਾ, ਤਾਂ ਫਿਰ ਸਾਨੂੰ ਇਹ ਮੰਨਣਾ ਪਵੇਗਾ ਕਿ ਪੰਡਿਤ ਜੀ ਦੀ ਮੌਤ 40 ਸਾਲ ਤੋਂ ਪਹਿਲਾਂ ਨਹੀਂ ਹੋ ਸਕਦੀ। ਅਕਬਰ ਨੇ ਸਿਰ ਹਿਲਾਇਆ। ਹਾਂ, ਇਹ ਗੱਲ ਠੀਕ ਹੈ। ਬੀਰਬਲ ਨੇ ਮੁਸਕਰਾਉਂਦੇ ਹੋਏ ਕਿਹਾ, ਜਹਾਂਪਨਾਹ, ਹੁਣ ਮੈਂ ਇੱਕ ਛੋਟਾ ਜਿਹਾ ਸਵਾਲ ਪੁੱਛਣਾ ਚਾਹੁੰਦਾ ਹਾਂ। ਪੁੱਛੋ, ਅਕਬਰ ਨੇ ਕਿਹਾ। ਬੀਰਬਲ ਨੇ ਪੰਡਿਤ ਵੱਲ ਦੇਖ ਕੇ ਪੁੱਛਿਆ, ਪੰਡਿਤ ਜੀ, ਕੀ ਤੁਸੀਂ ਆਪਣੀ ਗਣਨਾ ਉੱਤੇ ਪੂਰਾ ਯਕੀਨ ਰੱਖਦੇ ਹੋ? ਪੰਡਿਤ ਨੇ ਮਜਬੂਰੀ ਵਿੱਚ ਕਿਹਾ, ਜੀ ਹਾਂ। ਬੀਰਬਲ ਨੇ ਫਿਰ ਕਿਹਾ, ਤਾਂ ਫਿਰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਡਰ ਨਹੀਂ ਹੋਣਾ ਚਾਹੀਦਾ। ਪੰਡਿਤ ਨੂੰ ਇਹ ਗੱਲ ਸੁਣ ਕੇ ਹੋਰ ਘਬਰਾਹਟ ਹੋਣ ਲੱਗੀ। ਅਕਬਰ ਨੇ ਪੁੱਛਿਆ, ਬੀਰਬਲ, ਤੁਸੀਂ ਆਖਿਰ ਕਹਿਣਾ ਕੀ ਚਾਹੁੰਦੇ ਹੋ? ਬੀਰਬਲ ਨੇ ਕਿਹਾ, ਜਹਾਂਪਨਾਹ, ਮੈਂ ਸਿਰਫ ਇਹ ਸਾਬਤ ਕਰਨਾ ਚਾਹੁੰਦਾ ਹਾਂ ਕਿ ਮਨੁੱਖ ਆਪਣੀ ਮੌਤ ਦਾ ਦਿਨ ਨਹੀਂ ਜਾਣ ਸਕਦਾ। ਬੀਰਬਲ ਨੇ ਕਿਹਾ, ਪੰਡਿਤ ਜੀ ਨੇ ਕਿਹਾ ਕਿ ਉਹ 40 ਸਾਲ ਹੋਰ ਜੀਵਣਗੇ। ਇਸ ਦਾ ਮਤਲਬ ਇਹ ਹੈ ਕਿ ਅੱਜ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਡਰ ਨਹੀਂ ਹੋਣਾ ਚਾਹੀਦਾ। ਪੰਡਿਤ ਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ। ਉਸ ਨੂੰ ਸਮਝ ਆਉਣ ਲੱਗ ਪਈ ਸੀ ਕਿ ਬੀਰਬਲ ਉਸ ਨੂੰ ਕਿਸੇ ਮੁਸ਼ਕਲ ਸਥਿਤੀ ਵਿੱਚ ਪਾ ਸਕਦਾ ਹੈ। ਅਕਬਰ ਨੇ ਕਿਹਾ, ਬੀਰਬਲ, ਸਾਫ਼-ਸਾਫ਼ ਦੱਸੋ ਤੁਸੀਂ ਕੀ ਕਰਨ ਵਾਲੇ ਹੋ? ਬੀਰਬਲ ਨੇ ਕਿਹਾ, ਜਹਾਂਪਨਾਹ, ਮੈਂ ਸਿਰਫ ਇੱਕ ਛੋਟਾ ਜਿਹਾ ਪ੍ਰਯੋਗ ਕਰਨਾ ਚਾਹੁੰਦਾ ਹਾਂ। ਕਿਹੜਾ ਪ੍ਰਯੋਗ? ਅਕਬਰ ਨੇ ਪੁੱਛਿਆ। ਬੀਰਬਲ ਨੇ ਸਿਪਾਹੀਆਂ ਵੱਲ ਦੇਖ ਕੇ ਕਿਹਾ, 2 ਸਿਪਾਹੀ ਅੱਗੇ ਆਉਣ। 2 ਤਾਕਤਵਰ ਸਿਪਾਹੀ ਤੁਰੰਤ ਅੱਗੇ ਆ ਗਏ। ਪੰਡਿਤ ਹੁਣ ਪੂਰੀ ਤਰ੍ਹਾਂ ਘਬਰਾਇਆ ਹੋਇਆ ਸੀ। ਬੀਰਬਲ ਨੇ ਕਿਹਾ, ਜਹਾਂਪਨਾਹ, ਜੇ ਪੰਡਿਤ ਜੀ ਦੀ ਗੱਲ ਸਹੀ ਹੈ ਤਾਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਡਰ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹ ਜਾਣਦੇ ਹਨ ਕਿ ਉਹਨਾਂ ਦੀ ਮੌਤ ਅਜੇ 40 ਸਾਲ ਦੂਰ ਹੈ। ਦਰਬਾਰ ਵਿੱਚ ਕੁਝ ਲੋਕਾਂ ਨੂੰ ਹੁਣ ਸਮਝ ਆਉਣ ਲੱਗ ਪਈ ਸੀ ਕਿ ਬੀਰਬਲ ਕੀ ਕਰਨ ਵਾਲਾ ਹੈ। ਅਕਬਰ ਨੇ ਪੁੱਛਿਆ, ਫਿਰ? ਬੀਰਬਲ ਨੇ ਸ਼ਾਂਤ ਆਵਾਜ਼ ਵਿੱਚ ਕਿਹਾ, ਫਿਰ ਅਸੀਂ ਦੇਖਾਂਗੇ ਕਿ ਪੰਡਿਤ ਜੀ ਆਪਣੀ ਗੱਲ ਉੱਤੇ ਕਿੰਨਾ ਯਕੀਨ ਕਰਦੇ ਹਨ। ਪੰਡਿਤ ਹੁਣ ਡਰ ਨਾਲ ਕੰਬਣ ਲੱਗ ਪਿਆ। ਉਸ ਨੂੰ ਲੱਗ ਰਿਹਾ ਸੀ ਕਿ ਉਸ ਤੋਂ ਵੱਡੀ ਗਲਤੀ ਹੋ ਗਈ ਹੈ। ਅਕਬਰ ਵੀ ਹੁਣ ਬਹੁਤ ਧਿਆਨ ਨਾਲ ਇਹ ਸਾਰਾ ਦ੍ਰਿਸ਼ ਦੇਖ ਰਿਹਾ ਸੀ। ਬੀਰਬਲ ਨੇ ਕਿਹਾ, ਜਹਾਂਪਨਾਹ, ਸੱਚਾਈ ਹੁਣ ਜਲਦੀ ਹੀ ਸਾਹਮਣੇ ਆ ਜਾਵੇਗੀ। ਪੰਡਿਤ ਦੇ ਮੱਥੇ ਉੱਤੇ ਪਸੀਨਾ ਆ ਰਿਹਾ ਸੀ। ਉਸ ਦੇ ਦਿਲ ਦੀ ਧੜਕਣ ਤੇਜ਼ ਹੋ ਚੁੱਕੀ ਸੀ। ਉਸ ਨੂੰ ਸਮਝ ਆ ਚੁੱਕੀ ਸੀ ਕਿ ਬੀਰਬਲ ਉਸ ਦੀ ਗੱਲ ਦੀ ਸੱਚਾਈ ਨੂੰ ਸਾਬਤ ਕਰਨ ਜਾ ਰਿਹਾ ਹੈ। ਬੀਰਬਲ ਨੇ ਕਿਹਾ, ਪੰਡਿਤ ਜੀ, ਤੁਸੀਂ ਕੱਲ ਕਿਹਾ ਸੀ ਕਿ ਤੁਹਾਡੀ ਮੌਤ ਅਜੇ 40 ਸਾਲ ਦੂਰ ਹੈ। ਪੰਡਿਤ ਨੇ ਕੰਬਦੀ ਆਵਾਜ਼ ਵਿੱਚ ਕਿਹਾ, ਜੀ, ਮੈਂ ਇਹੀ ਕਿਹਾ ਸੀ। ਬੀਰਬਲ ਨੇ ਕਿਹਾ, ਤਾਂ ਫਿਰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਡਰ ਨਹੀਂ ਹੋਣਾ ਚਾਹੀਦਾ। ਪੰਡਿਤ ਚੁੱਪ ਰਿਹਾ। ਬੀਰਬਲ ਨੇ ਸਿਪਾਹੀਆਂ ਵੱਲ ਮੁੜ ਕੇ ਕਿਹਾ, ਪੰਡਿਤ ਜੀ ਨੂੰ ਥੋੜਾ ਅੱਗੇ ਲਿਆਓ। 2 ਸਿਪਾਹੀਆਂ ਨੇ ਪੰਡਿਤ ਨੂੰ ਹੌਲੀ ਜਿਹੇ ਅੱਗੇ ਲਿਆ ਕੇ ਖੜਾ ਕਰ ਦਿੱਤਾ। ਦਰਬਾਰ ਵਿੱਚ ਬੈਠੇ ਲੋਕ ਹੁਣ ਪੂਰੀ ਤਰ੍ਹਾਂ ਚੌਕਸ ਹੋ ਗਏ ਸਨ। ਅਕਬਰ ਨੇ ਪੁੱਛਿਆ, ਬੀਰਬਲ, ਹੁਣ ਕੀ ਹੋਵੇਗਾ? ਬੀਰਬਲ ਨੇ ਕਿਹਾ, ਜਹਾਂਪਨਾਹ, ਹੁਣ ਸੱਚਾਈ ਸਾਹਮਣੇ ਆਵੇਗੀ। ਫਿਰ ਉਸਨੇ ਪੰਡਿਤ ਵੱਲ ਦੇਖ ਕੇ ਕਿਹਾ, ਪੰਡਿਤ ਜੀ, ਜੇ ਮੈਂ ਹੁਣੇ ਹੀ ਸਿਪਾਹੀਆਂ ਨੂੰ ਹੁਕਮ ਦੇ ਦਿਆਂ ਕਿ ਤੁਹਾਨੂੰ ਸਜ਼ਾ ਦਿੱਤੀ ਜਾਵੇ ਤਾਂ ਕੀ ਤੁਸੀਂ ਮਰ ਜਾਵੋਗੇ? ਇਹ ਸੁਣ ਕੇ ਪੰਡਿਤ ਡਰ ਨਾਲ ਕੰਬਣ ਲੱਗ ਪਿਆ। ਉਹ ਜਲਦੀ ਨਾਲ ਬੋਲਿਆ, ਜਹਾਂਪਨਾਹ, ਕਿਰਪਾ ਕਰਕੇ ਐਸਾ ਨਾ ਕਰੋ। ਬੀਰਬਲ ਨੇ ਮੁਸਕਰਾ ਕੇ ਪੁੱਛਿਆ, ਕਿਉਂ ਪੰਡਿਤ ਜੀ, ਤੁਹਾਨੂੰ ਡਰ ਕਿਉਂ ਲੱਗ ਰਿਹਾ ਹੈ? ਪੰਡਿਤ ਕੋਲ ਕੋਈ ਜਵਾਬ ਨਹੀਂ ਸੀ। ਬੀਰਬਲ ਨੇ ਕਿਹਾ, ਤੁਸੀਂ ਤਾਂ ਕਿਹਾ ਸੀ ਕਿ ਤੁਹਾਡੀ ਮੌਤ ਅਜੇ 40 ਸਾਲ ਦੂਰ ਹੈ, ਫਿਰ ਤੁਹਾਨੂੰ ਕਿਸ ਗੱਲ ਦਾ ਡਰ ਹੈ? ਪੰਡਿਤ ਹੁਣ ਪੂਰੀ ਤਰ੍ਹਾਂ ਘਬਰਾ ਗਿਆ ਸੀ। ਉਹ ਤੁਰੰਤ ਅਕਬਰ ਦੇ ਸਾਹਮਣੇ ਝੁਕ ਗਿਆ ਅਤੇ ਬੋਲਿਆ, ਜਹਾਂਪਨਾਹ, ਮੈਨੂੰ ਮਾਫ਼ ਕਰ ਦਿਓ, ਮੈਂ ਗਲਤੀ ਕਰ ਦਿੱਤੀ। ਸੱਚ ਇਹ ਹੈ ਕਿ ਕੋਈ ਵੀ ਮਨੁੱਖ ਕਿਸੇ ਦੀ ਮੌਤ ਦਾ ਦਿਨ ਨਹੀਂ ਜਾਣ ਸਕਦਾ। ਅਕਬਰ ਧਿਆਨ ਨਾਲ
ਇਹ ਸਭ ਸੁਣ ਰਿਹਾ ਸੀ। ਬੀਰਬਲ ਨੇ ਕਿਹਾ, ਜਹਾਂਪਨਾਹ, ਇਹ ਗੱਲ ਮੈਂ ਸਾਬਤ ਕਰਨਾ ਚਾਹੁੰਦਾ ਸੀ। ਅਕਬਰ ਨੇ ਪੁੱਛਿਆ, ਕਿਵੇਂ? ਬੀਰਬਲ ਨੇ ਕਿਹਾ, ਜੇ ਪੰਡਿਤ ਜੀ ਨੂੰ ਸੱਚਮੁੱਚ ਆਪਣੀ ਮੌਤ ਦਾ ਦਿਨ ਪਤਾ ਹੁੰਦਾ ਤਾਂ ਉਹ ਡਰਦੇ ਨਹੀਂ, ਕਿਉਂਕਿ ਉਹ ਜਾਣਦੇ ਹੁੰਦੇ ਕਿ ਉਹਨਾਂ ਦੀ ਮੌਤ ਅਜੇ 40 ਸਾਲ ਦੂਰ ਹੈ। ਬੀਰਬਲ ਨੇ ਅੱਗੇ ਕਿਹਾ, ਪਰ ਜਿਵੇਂ ਹੀ ਉਹਨਾਂ ਨੂੰ ਖਤਰੇ ਦਾ ਅਹਿਸਾਸ ਹੋਇਆ, ਉਹ ਡਰ ਗਏ। ਇਸ ਦਾ ਮਤਲਬ ਹੈ ਕਿ ਉਹ ਆਪਣੀ ਗੱਲ ਉੱਤੇ ਖੁਦ ਵੀ ਯਕੀਨ ਨਹੀਂ ਕਰਦੇ। ਅਕਬਰ ਦੇ ਚਿਹਰੇ ਉੱਤੇ ਹੁਣ ਮੁਸਕਰਾਹਟ ਆ ਗਈ। ਉਸ ਨੇ ਕਿਹਾ, ਬੀਰਬਲ, ਤੁਸੀਂ ਫਿਰ ਇੱਕ ਵਾਰੀ ਆਪਣੀ ਅਕਲ ਦਾ ਸਬੂਤ ਦੇ ਦਿੱਤਾ। ਫਿਰ ਉਸਨੇ ਪੰਡਿਤ ਵੱਲ ਦੇਖ ਕੇ ਕਿਹਾ, ਪੰਡਿਤ ਜੀ, ਅਗਲੀ ਵਾਰੀ ਐਸੇ ਝੂਠੇ ਦਾਅਵੇ ਨਾ ਕਰੋ। ਪੰਡਿਤ ਨੇ ਸਿਰ ਝੁਕਾ ਕੇ ਕਿਹਾ, ਜਹਾਂਪਨਾਹ, ਮੈਂ ਆਪਣੀ ਗਲਤੀ ਮੰਨਦਾ ਹਾਂ। ਅਕਬਰ ਨੇ ਉਸ ਨੂੰ ਮਾਫ ਕਰ ਦਿੱਤਾ। ਦਰਬਾਰ ਵਿੱਚ ਬੈਠੇ ਸਾਰੇ ਲੋਕ ਹੁਣ ਬੀਰਬਲ ਦੀ ਅਕਲ ਦੀ ਤਾਰੀਫ ਕਰਨ ਲੱਗੇ। ਬਾਦਸ਼ਾਹ ਅਕਬਰ ਨੇ ਬੀਰਬਲ ਵੱਲ ਮੁੜ ਕੇ ਕਿਹਾ, ਅੱਜ ਤੁਸੀਂ ਮੈਨੂੰ ਇੱਕ ਬਹੁਤ ਵੱਡੀ ਗੱਲ ਸਿਖਾਈ ਹੈ। ਬੀਰਬਲ ਨੇ ਪੁੱਛਿਆ, ਕਿਹੜੀ ਗੱਲ ਜਹਾਂਪਨਾਹ? ਅਕਬਰ ਨੇ ਕਿਹਾ, ਇਹ ਕਿ ਮਨੁੱਖ ਨੂੰ ਆਪਣੀ ਮੌਤ ਬਾਰੇ ਸੋਚ ਕੇ ਡਰਨਾ ਨਹੀਂ ਚਾਹੀਦਾ। ਸਾਨੂੰ ਆਪਣੀ ਜ਼ਿੰਦਗੀ ਨੂੰ ਇਮਾਨਦਾਰੀ ਅਤੇ ਖੁਸ਼ੀ ਨਾਲ ਜੀਣਾ ਚਾਹੀਦਾ ਹੈ। ਬੀਰਬਲ ਨੇ ਕਿਹਾ, ਬਿਲਕੁਲ ਜਹਾਂਪਨਾਹ, ਕਿਉਂਕਿ ਜੀਵਨ ਦਾ ਅਸਲੀ ਮਤਲਬ ਇਹੀ ਹੈ ਕਿ ਅਸੀਂ ਹਰ ਦਿਨ ਨੂੰ ਪੂਰੀ ਖੁਸ਼ੀ ਨਾਲ ਜੀਣਾ ਚਾਹੀਦਾ ਹੈ। ਉਸ ਦਿਨ ਦਰਬਾਰ ਵਿੱਚ ਬੈਠੇ ਹਰ ਵਿਅਕਤੀ ਨੂੰ ਇੱਕ ਮਹੱਤਵਪੂਰਨ ਸਬਕ ਮਿਲਿਆ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਹੋਵੇਗੀ। ਜੇਕਰ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਦੋਸਤਾਂ ਨੂੰ ਸ਼ੇਅਰ ਕਰ ਦਿਓ। ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਕੇ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦਿਓ।